सत श्री अकाल सारिਆਂ ਨੂੰ जी। ਅਸੀਂ ਪੰਜਾਬ ਫਾਈਨੈਂਸ਼ੀਅਲ ਰੂਲ ਦੀ ਇੰਟਰੋਡਕਟਰੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ। ਇਸ ਸੀਰੀਜ਼ ਦੇ ਸਾਰੇ ਲੈਕਚਰ ਤੁਸੀਂ ਇਸ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਦੋਸਤੋ, ਇਸ ਵੀਡੀਓ ਨੂੰ ਐਗਜ਼ਾਮੀਨੇਸ਼ਨ ਪੁਆਇੰਟ ਆਫ व्यू ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਇੰਟਰੋਡਕਟਰੀ ਸੀਰੀਜ਼ ਨੂੰ ਕੰਟੀਨਿਊ ਰੱਖਦੇ ਹੋਏ ਅੱਜ ਅਸੀਂ ਪੰਜਾਬ ਫਾਈਨੈਂਸ਼ੀਅਲ ਰੂਲ ਦਾ 17ਵਾਂ ਚੈਪਟਰ ਬਜਟ ਕਰਾਂਗੇ। इस चैप्टर ਨੂੰ पार्ट रूल्स ਅਤੇ सब रूल्स ਵਿੱਚ डिवाइड ਕੀਤਾ ਗਿਆ ਹੈ। इस चैप्टर ਦਾ फर्स्ट पार्ट इंट्रोडक्टरी है, सेकंड पार्ट appropriation of funds necessary to make sanctions to expenditure effective, थर्ड पार्ट communication of budget allotments, fourth part indication of source of appropriation in the sanction to expenditure, fifth part application for sanction to expenditure, sixth part incurring of expenditure in anticipation of funds, seventh part expenditure not provided for, eighth part incurring of expenditure in excess of the provision in the estimates, ninth part inevitable payments and general rules for payments against sanctioned grants, 10th part provision for expenditure in respect of a work undertaken by one department on behalf of another। ਇਸ ਦੇ ਨਾਲ ਹੀ ਇਸ ਚੈਪਟਰ ਦੇ ਲਾਸਟ ਵਿੱਚ ਅਨੈਕਚਰ ਦਿੱਤਾ ਗਿਆ ਹੈ, ਜਿਸ ਵਿੱਚ ਪੰਜਾਬ ਕੰਟੀਨਜੈਂਸੀ ਫੰਡ ਰੂਲਸ 1951 ਦਿੱਤੇ ਗਏ ਹਨ। जब भी ਅਸੀਂ ਕੋਈ ਰੂਲ ਐਕਸਪਲੇਨ ਕਰਾਂਗੇ ਤਾਂ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਕਿ ਯਾਦ ਰੱਖਣਾ ਕਿ ਇਹ ਰੂਲ ਕਿਸ ਸੈਕਸ਼ਨ ਵਿੱਚ ਫਾਲ ਕਰ ਰਿਹਾ ਹੈ। ਐਗਜ਼ਾਮੀਨੇਸ਼ਨ ਪਰਪਸ ਦੇ ਲਈ ਕਾਫੀ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਕਿਹੜਾ ਰੂਲ ਕਿਸ ਸੈਕਸ਼ਨ ਅਤੇ ਕਿਸ ਚੈਪਟਰ ਦੇ ਨਾਲ ਰਿਲੇਟ ਕਰਦਾ ਹੈ। ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਇਸ ਦੇ ਨਾਲ ਹੀ ਬੈਲ ਆਈਕਨ ਨੂੰ ਵੀ ਕਲਿੱਕ ਕਰ ਲਵੋ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਆਉਂਦੀ ਹੈ ਤਾਂ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲ ਜਾਏ। ਇਸ ਚੈਪਟਰ ਦਾ ਫਰਸਟ ਪਾਰਟ ਇੰਟਰੋਡਕਟਰੀ ਹੈ, ਜਿਸ ਨੂੰ ਰੂਲ 17.1 ਕਵਰ ਕਰਦਾ ਹੈ। ਇਸ ਦੇ ਰੂਲ 17.1 ਵਿੱਚ ਲਿਖਿਆ ਹੈ ਕਿ ਬਜਟ ਨਾਲ ਸੰਬੰਧਿਤ ਡਿਟੇਲਡ ਰੂਲਸ ਪੰਜਾਬ ਬਜਟ ਮੈਨੂਅਲ ਵਿੱਚ ਦਿੱਤੇ ਗਏ ਹਨ। ਇਸ ਨੂੰ ਫਰਦਰ ਕੰਟੀਨਿਊ ਕਰਨ ਤੋਂ ਪਹਿਲਾਂ ਅਸੀਂ ਸਮਝ ਲੈਂਦੇ ਹਾਂ ਕਿ ਐਪਰੋਪ੍ਰੀਏਸ਼ਨ ਵਰਡ ਦਾ ਮਤਲਬ ਕੀ ਹੁੰਦਾ ਹੈ। ਪੰਜਾਬ ਬਜਟ ਮੈਨੂਅਲ ਦੇ ਪੈਰਾਗ੍ਰਾਫ 1.20, 9.8 ਅਤੇ 12.2 ਵਿੱਚ ਐਪਰੋਪ੍ਰੀਏਸ਼ਨ ਬਾਰੇ ਲਿਖਿਆ ਗਿਆ ਹੈ ਕਿ ਜਦ ਐਪਰੋਪ੍ਰੀਏਸ਼ਨ ਬਿੱਲ ਰਾਹੀਂ ਕਿਸੇ ਵਿਭਾਗ ਨੂੰ ਕਿਸੇ ਗ੍ਰਾਂਟ ਦੀ ਸੈਂਕਸ਼ਨ ਕਰ ਦਿੱਤੀ ਜਾਂਦੀ ਹੈ ਤਾਂ ਹੈਡ ਆਫ ਡਿਪਾਰਟਮੈਂਟ ਆਪਣੇ ਅਧੀਨ ਪੈਂਦੇ ਯੂਨਿਟ ਵਿੱਚ ਇਸ ਨੂੰ ਵੰਡ ਸਕਦਾ ਹੈ। ਇਸ ਚੈਪਟਰ ਦਾ ਸੈਕੰਡ ਪਾਰਟ ਐਪਰੋਪ੍ਰੀਏਸ਼ਨ ਆਫ ਫੰਡਸ ਨੈਸੈਸਰੀ ਟੂ ਮੇਕ ਸੈਂਕਸ਼ਨ ਟੂ ਐਕਸਪੈਂਡੀਚਰ ਇਫੈਕਟਿਵ ਹੈ। ਇਸ ਪਾਰਟ ਨੂੰ ਰੂਲ 17.2 ਤੋਂ ਲੈ ਕੇ ਰੂਲ 17.6 ਕਵਰ ਕਰਦੇ ਹਨ। ਇਸ ਚੈਪਟਰ ਦੇ ਰੂਲ 17.2 ਵਿੱਚ ਲਿਖਿਆ ਗਿਆ ਹੈ ਕਿ ਕਿਸੇ ਖਰਚੇ ਦੀ ਸੈਂਕਸ਼ਨ ਨਾਲ ਖਰਚਾ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਇਸ ਦੇ ਲਈ ਫੰਡ ਦੀ ਐਪਰੋਪ੍ਰੀਏਸ਼ਨ ਕਰ ਦਿੱਤੀ ਜਾਵੇ ਅਤੇ ਜਿਸ ਅਥਾਰਟੀ ਵੱਲੋਂ ਇਹ ਖਰਚਾ ਕੀਤਾ ਜਾਣਾ ਹੈ ਉਸ ਨੂੰ ਫੰਡ ਜਾਰੀ ਕਰ ਦਿੱਤਾ ਜਾਵੇ। ਅਗਰ ਸਿੰਪਲ ਲੈਂਗੁਏਜ ਵਿੱਚ ਦੇਖੀਏ ਤਾਂ ਖਰਚਾ ਕਰਨ ਤੋਂ ਪਹਿਲਾਂ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ, ਜਿਵੇਂ ਕਿ ਕੰਪੀਟੈਂਟ ਅਥਾਰਟੀ ਦੀ ਸੈਂਕਸ਼ਨ ਲਈ ਗਈ ਹੋਵੇ, ਕੰਪੀਟੈਂਟ ਅਥਾਰਟੀ ਵੱਲੋਂ ਖਰਚੇ ਲਈ ਫੰਡਸ ਦੀ ਐਪਰੋਪ੍ਰੀਏਸ਼ਨ ਕਰ ਦਿੱਤੀ ਗਈ ਹੋਵੇ। ਇਸ ਰੂਲ ਦੇ ਹੇਠਾਂ ਨੋਟ ਵਿੱਚ ਲਿਖਿਆ ਗਿਆ ਹੈ ਕਿ PWD ਦੇ ਕੇਸ ਵਿੱਚ ਜਿਹੜਾ ਖਰਚਾ ਸਸਪੈਂਸ ਅਕਾਊਂਟ ਨਾਲ ਸੰਬੰਧਿਤ ਹੈ ਅਤੇ ਇਸ ਖਰਚੇ ਨਾਲ ਸਾਲ ਦੇ ਨੈਟ ਪ੍ਰੋਵੀਜ਼ਨ ਤੋਂ ਖਰਚਾ ਨਹੀਂ ਵਧੇਗਾ ਤਾਂ ਇਹ ਖਰਚਾ ਕੀਤਾ ਜਾ ਸਕਦਾ ਹੈ। ਰੂਲ 17.3 ਮੁਤਾਬਿਕ ਬਾਰ-ਬਾਰ ਹੋਣ ਵਾਲੇ ਖਰਚੇ ਦੀ ਸੈਂਕਸ਼ਨ ਉਸ ਸਮੇਂ ਆਪਰੇਟਿਵ ਹੋਵੇਗੀ ਜਦ ਇਸ ਦੇ ਲਈ ਪਹਿਲੇ ਸਾਲ ਫੰਡਸ ਦੀ ਐਲੋਕੇਸ਼ਨ ਕੀਤੀ ਜਾਂਦੀ ਹੈ ਅਤੇ ਇਹ ਸੈਂਕਸ਼ਨ ਜਿਸ ਪੀਰੀਅਡ ਤੱਕ ਲਈ ਦਿੱਤੀ ਗਈ ਹੈ ਉਸ ਸਮੇਂ ਤੱਕ ਰਹੇਗੀ ਜੇਕਰ ਹਰ ਸਾਲ ਇਸ ਦੇ ਲਈ ਫੰਡਸ ਦੀ ਐਪਰੋਪ੍ਰੀਏਸ਼ਨ ਕੀਤੀ ਜਾਂਦੀ ਹੋਵੇ। ਰੂਲ 17.4 ਮੁਤਾਬਿਕ ਰੈਕਰਿੰਗ ਐਕਸਪੈਂਡੀਚਰ ਸਮੇਂ ਡਿਸਬਰਸਿੰਗ ਆਫੀਸਰ ਨੂੰ ਰੂਲ 17.2 ਤੋਂ ਲੈ ਕੇ ਰੂਲ 17.2 ਅਤੇ 17.6 ਤੋਂ ਲੈ ਕੇ 17.11 ਤੱਕ ਦਿੱਤੇ ਪ੍ਰੋਵੀਜ਼ਨਸ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਰੂਲ 17.3 ਵਿੱਚ ਸੈਂਕਸ਼ਨ ਦੇ ਖਤਮ ਹੋਣ ਸੰਬੰਧੀ ਵੀ ਧਿਆਨ ਰੱਖਣਾ ਚਾਹੀਦਾ ਹੈ। ਰੈਕਰਿੰਗ ਐਕਸਪੈਂਡੀਚਰਸ ਦੀ ਸੈਂਕਸ਼ਨ ਹੇਠ ਦਿੱਤੇ ਕੇਸ ਵਿੱਚ ਖਤਮ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਜੇਕਰ ਸੈਂਕਸ਼ਨ ਜਿਸ ਸਮੇਂ ਤੱਕ ਦੀ ਸੀ ਉਹ ਸਮਾਂ ਖਤਮ ਹੋ ਗਿਆ ਹੈ ਤਾਂ ਸੈਂਕਸ਼ਨ ਖਤਮ ਮੰਨੀ ਜਾਵੇਗੀ। ਇਸ ਦੇ ਲਈ ਡਿਸਬਰਸਿੰਗ ਆਫੀਸਰ ਅਤੇ ਕੰਟਰੋਲਿੰਗ ਆਫੀਸਰ ਦੀ ਜ਼ਿੰਮੇਵਾਰੀ ਹੋਵੇਗੀ ਇੱਕ ਰਜਿਸਟਰ ਮੇਨਟੇਨ ਕਰਨ, ਜਿਸ ਵਿੱਚ ਹਰ ਰੈਕਰਿੰਗ ਐਕਸਪੈਂਡੀਚਰ ਦੀ ਸੈਂਕਸ਼ਨ ਦੀ ਐਕਸਪਾਇਰੀ ਡੇਟ ਦੀ ਡਿਟੇਲ ਰੱਖੀ ਜਾਵੇਗੀ। ਜੇਕਰ ਕਿਸੇ ਸਾਲ ਫੰਡਸ ਦੀ ਐਪਰੋਪ੍ਰੀਏਸ਼ਨ ਨਹੀਂ ਕੀਤੀ ਜਾਂਦੀ ਹੈ ਤਾਂ ਰੈਕਰਿੰਗ ਐਕਸਪੈਂਡੀਚਰ ਦੀ ਸੈਂਕਸ਼ਨ ਐਕਸਪਾਇਰ ਹੋ ਗਈ ਮੰਨੀ ਜਾਵੇਗੀ। ਰੂਲ 17.5 ਵਿੱਚ ਲਿਖਿਆ ਗਿਆ ਹੈ ਕਿ ਕੋਈ ਵੀ ਵਾਧੂ ਖਰਚਾ ਕਰਨ ਲਈ ਸੈਂਕਸ਼ਨ ਸਾਲ ਵਿੱਚ 15 ਨਵੰਬਰ ਤੋਂ ਬਾਅਦ ਜਾਰੀ
ਜਾਰੀ ਨਹੀਂ ਕਰਨੀ ਚਾਹੀਦੀ ਹੈ। ਰੂਲ 17.6 ਵਿੱਚ ਲਿਖਿਆ ਗਿਆ ਹੈ ਕਿ ਉਪਰੋਕਤ ਨਿਯਮਾਂ ਦੇ ਨਾਲ ਹੀ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਿਰਫ ਸੈਂਕਸ਼ਨ ਹੋਣਾ ਕਾਫੀ ਨਹੀਂ ਹੈ, ਬਜਟ ਪਾਸ ਹੋਣਾ ਅਤੇ ਫੰਡਸ ਦਾ ਪੱਤਰ ਪ੍ਰਾਪਤ ਹੋਣਾ ਵੀ ਜ਼ਰੂਰੀ ਹੈ। ਸਿਰਫ ਬਜਟ ਹੋਣਾ ਹੀ ਕਾਫੀ ਨਹੀਂ ਹੈ। ਅਗਰ ਦੇਖੀਏ ਤਾਂ ਇਸ ਰੂਲ ਵਿੱਚ ਰੂਲ 17.2 ਨੂੰ ਹੀ ਰਿਪੀਟ ਕੀਤਾ ਗਿਆ ਹੈ। ਇਸ ਚੈਪਟਰ ਦਾ ਥਰਡ ਪਾਰਟ ਕਮਿਊਨੀਕੇਸ਼ਨ ਆਫ ਬਜਟ ਅਲੋਟਮੈਂਟਸ ਹੈ। ਇਸ ਨੂੰ ਰੂਲ 17.7 ਕਵਰ ਕਰਦਾ ਹੈ। ਰੂਲ 17.7 ਮੁਤਾਬਿਕ ਐਪਰੋਪ੍ਰੀਏਸ਼ਨ ਪ੍ਰੋਸੈਸ ਵਿੱਚ ਇਸ ਦੀ ਸੂਚਨਾ ਜਿਸ ਯੂਨਿਟ ਜਾਂ ਜਿਸ ਅਥਾਰਟੀ ਨੂੰ ਐਪਰੋਪ੍ਰੀਏਸ਼ਨ ਕੀਤੀ ਗਈ ਹੈ ਉਸ ਨੂੰ ਇਸ ਦੀ ਸੂਚਨਾ ਦੇਣਾ ਵੀ ਸ਼ਾਮਿਲ ਹੁੰਦਾ ਹੈ। ਇਸ ਦਾ ਡਿਟੇਲ ਪ੍ਰੋਸੀਜਰ ਪੰਜਾਬ ਬਜਟ ਮੈਨੂਅਲ ਵਿੱਚ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਸਿਰਫ ਰਿਵਾਈਜ਼ਡ ਐਸਟੀਮੇਟ ਵਿੱਚ ਕੋਈ ਖਰਚਾ ਸ਼ਾਮਿਲ ਕਰ ਦਿੱਤੇ ਜਾਣ ਤੇ ਹੀ ਇਸ ਦੀ ਸੂਚਨਾ ਜਿਸ ਅਥਾਰਟੀ ਨੂੰ ਐਪਰੋਪ੍ਰੀਏਸ਼ਨ ਕੀਤੀ ਜਾਣੀ ਹੈ ਉਸ ਨੂੰ ਸੂਚਨਾ ਦੇਣ ਦੀ ਜ਼ਰੂਰਤ ਨਹੀਂ ਹੈ। ਇਸ ਚੈਪਟਰ ਦਾ ਫੋਰਥ ਪਾਰਟ ਇੰਡੀਕੇਸ਼ਨ ਆਫ ਸੋਰਸ ਆਫ ਐਪਰੋਪ੍ਰੀਏਸ਼ਨ ਇਨ ਦੀ ਸੈਂਕਸ਼ਨ ਟੂ ਐਕਸਪੈਂਡੀਚਰ ਹੈ। ਇਸ ਨੂੰ ਰੂਲ 17.8 ਤੋਂ ਲੈ ਕੇ 17.11 ਕਵਰ ਕਰਦੇ ਹਨ। ਰੂਲ 17.8 ਵਿੱਚ ਲਿਖਿਆ ਗਿਆ ਹੈ ਕਿ ਜਦ ਵੀ ਕਿਸੇ ਖਰਚੇ ਦੀ ਸੈਂਕਸ਼ਨ ਜਾਰੀ ਕੀਤੀ ਜਾਂਦੀ ਹੈ ਤਾਂ ਇਸ ਵਿੱਚ ਸੋਰਸ ਆਫ ਫੰਡਸ ਵੀ ਲਿਖਣਾ ਹੁੰਦਾ ਹੈ। ਖਰਚੇ ਦੀ ਸੈਂਕਸ਼ਨ ਲੈਣ ਲਈ ਕੰਪੀਟੈਂਟ ਅਥਾਰਟੀ ਨੂੰ ਲਿਖੀ ਜਾਣ ਵਾਲੀ ਐਪਲੀਕੇਸ਼ਨ ਵਿੱਚ ਇਹ ਵੀ ਲਿਖਣਾ ਹੁੰਦਾ ਹੈ ਕਿ ਇਸ ਖਰਚੇ ਲਈ ਉਸ ਸਾਲ ਦੇ ਬਜਟ ਵਿੱਚ ਪ੍ਰੋਵੀਜ਼ਨ ਕੀਤਾ ਗਿਆ ਹੈ ਜਾਂ ਨਹੀਂ ਕੀਤਾ ਗਿਆ ਹੈ। ਜੇਕਰ ਨਹੀਂ ਕੀਤਾ ਗਿਆ ਹੈ ਤਾਂ ਇਸ ਖਰਚੇ ਦੀ ਰੀਐਪਰੋਪ੍ਰੀਏਸ਼ਨ ਕਰਕੇ ਫੰਡ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਰੂਲ ਦੇ ਹੇਠਾਂ ਨੋਟ ਵਿੱਚ ਲਿਖਿਆ ਗਿਆ ਹੈ ਕਿ ਜਿਸ ਅਥਾਰਟੀ ਨੇ ਖਰਚੇ ਦੀ ਸੈਂਕਸ਼ਨ ਦੇਣੀ ਹੁੰਦੀ ਹੈ ਉਹ ਸੈਂਕਸ਼ਨ ਆਰਡਰ ਵਿੱਚ ਹੈਡ ਵੀ ਜ਼ਰੂਰ ਲਿਖੇਗੀ ਜਿਸ ਵਿੱਚ ਇਸ ਖਰਚੇ ਨੂੰ ਬੁੱਕ ਕੀਤਾ ਜਾਣਾ ਹੁੰਦਾ ਹੈ। ਰੂਲ 17.9 ਮੁਤਾਬਿਕ ਜੇਕਰ ਕਿਸੇ ਸਮੇਂ ਕੰਮ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਤੋਂ ਬਚਾਉਣ ਲਈ ਬਜਟ ਤੋਂ ਪਹਿਲਾਂ ਹੀ ਸੈਂਕਸ਼ਨ ਕਰਨੀ ਪੈਂਦੀ ਹੈ ਤਾਂ ਇਸ ਤਰ੍ਹਾਂ ਦੀ ਸੈਂਕਸ਼ਨ ਵਿੱਚ ਸਬਜੈਕਟ ਟੂ ਫੰਡਸ ਬੀਇੰਗ ਕਮਿਊਨੀਕੇਟਡ ਇਨ ਦਾ ਬਜਟ ਆਫ ਦੀ ਈਅਰ ਸਪੈਸ਼ਲੀ ਮੈਂਸ਼ਨ ਕਰਨਾ ਹੁੰਦਾ ਹੈ। ਰੂਲ 17.10 ਵਿੱਚ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਸਰਕਾਰੀ ਕਰਮਚਾਰੀ ਨੂੰ ਕਿਸੇ ਖਰਚੇ ਦੀ ਸੈਂਕਸ਼ਨ ਪ੍ਰਾਪਤ ਹੁੰਦੀ ਹੈ ਪਰ ਉਸ ਵਿੱਚ ਸੋਰਸ ਆਫ ਐਪਲੀਕੇਸ਼ਨ ਨਹੀਂ ਲਿਖਿਆ ਗਿਆ ਹੈ ਅਤੇ ਇਹ ਵੀ ਨਹੀਂ ਲਿਖਿਆ ਗਿਆ ਹੈ ਕਿ ਅਪਰੋਪ੍ਰੀਏਸ਼ਨ ਬਾਅਦ ਵਿੱਚ ਕਰ ਦਿੱਤੀ ਜਾਵੇਗੀ ਤਾਂ ਅਜਿਹੇ ਕੇਸ ਵਿੱਚ ਸਰਕਾਰੀ ਕਰਮਚਾਰੀ ਦੀ ਡਿਊਟੀ ਹੋਵੇਗੀ ਕਿ ਉਹ ਇਸ ਸੰਬੰਧੀ ਕੰਸਰਨਡ ਅਥਾਰਟੀ ਨੂੰ ਇਸ ਆਰਡਰ ਸੰਬੰਧੀ ਕਮਿਊਨੀਕੇਟ ਕਰੇ। ਰੂਲ 17.11 ਮੁਤਾਬਿਕ ਸੈਂਕਸ਼ਨ ਆਰਡਰ ਤੇ ਕੋਈ ਵੀ ਵੇਗ ਐਕਸਪ੍ਰੈਸ਼ਨ ਜਿਵੇਂ ਕਿ ਸਬਜੈਕਟ ਟੂ ਬਜਟ ਪ੍ਰੋਵੀਜ਼ਨ ਐਟਸੈਟਰਾ ਲਿਖ ਕੇ ਨਹੀਂ ਭੇਜਣਾ ਚਾਹੀਦਾ ਹੈ। ਜਦ ਸੈਂਕਸ਼ਨ ਜਾਰੀ ਕੀਤੀ ਜਾਂਦੀ ਹੈ ਤਾਂ ਬਜਟ ਦੇਣਾ ਹੀ ਹੁੰਦਾ ਹੈ ਪਰ ਅਜਿਹੇ ਰਿਮਾਰਕਸ ਨਾਲ ਲੱਗ ਰਿਹਾ ਹੈ ਕਿ ਕੋਈ ਗਾਰੰਟੀ ਨਹੀਂ ਹੈ ਕਿ ਫੰਡਸ ਦੇਣਾ ਹੈ ਜਾਂ ਨਹੀਂ ਦੇਣਾ ਹੈ। ਇਸ ਚੈਪਟਰ ਦਾ 5th ਪਾਰਟ ਐਪਲੀਕੇਸ਼ਨ ਫॉर ਸੈਂਕਸ਼ਨ ਟੂ ਐਕਸਪੈਂਡੀਚਰ ਹੈ। ਇਸ ਨੂੰ ਰੂਲ 17.12 ਕਵਰ ਕਰਦਾ ਹੈ। ਰੂਲ 17.12 ਵਿੱਚ ਰੂਲ 17.8 ਨੂੰ ਹੀ ਰਿਪੀਟ ਕੀਤਾ ਗਿਆ ਹੈ ਕਿ ਖਰਚੇ ਦੀ ਸੈਂਕਸ਼ਨ ਲੈਣ ਲਈ ਕੰਪੀਟੈਂਟ ਅਥਾਰਟੀ ਨੂੰ ਲਿਖੀ ਜਾਣ ਵਾਲੀ ਐਪਲੀਕੇਸ਼ਨ ਵਿੱਚ ਇਹ ਵੀ ਲਿਖਣਾ ਹੁੰਦਾ ਹੈ ਕਿ ਇਸ ਖਰਚੇ ਲਈ ਉਸ ਸਾਲ ਦੇ ਬਜਟ ਵਿੱਚ ਪ੍ਰੋਵੀਜ਼ਨ ਕੀਤਾ ਗਿਆ ਹੈ ਜਾਂ ਨਹੀਂ ਕੀਤਾ ਗਿਆ ਹੈ। ਜੇਕਰ ਨਹੀਂ ਕੀਤਾ ਗਿਆ ਹੈ ਤਾਂ ਇਸ ਖਰਚੇ ਦੀ ਰੀਐਪਰੋਪ੍ਰੀਏਸ਼ਨ ਕਰਕੇ ਫੰਡ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਚੈਪਟਰ ਦਾ 6th ਪਾਰਟ ਇੰਕਰਿੰਗ ਆਫ ਐਕਸਪੈਂਡੀਚਰ ਇਨ ਐਂਟੀਸਿਪੇਸ਼ਨ ਆਫ ਫੰਡਸ ਹੈ। ਇਸ ਨੂੰ ਰੂਲ 17.13 ਕਵਰ ਕਰਦਾ ਹੈ। ਐਂਟੀਸਿਪੇਸ਼ਨ ਆਫ ਫੰਡਸ ਦਾ ਮਤਲਬ ਹੈ ਫੰਡ ਜਾਰੀ ਹੋਣ ਵਾਲੇ ਹਨ। ਇਸ ਪਾਰਟ ਦੇ ਰੂਲ 17.13 ਵਿੱਚ ਲਿਖਿਆ ਗਿਆ ਹੈ ਕਿ ਜੇਕਰ ਫਾਈਨੈਂਸ਼ੀਅਲ ਈਅਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਫੰਡਸ ਦੀ ਅਲਾਟਮੈਂਟ ਸੰਬੰਧੀ ਸੂਚਨਾ ਪ੍ਰਾਪਤ ਨਹੀਂ ਹੁੰਦੀ ਤਾਂ ਡਿਸਬਰਸਿੰਗ ਆਫੀਸਰ ਤਨਖਾਹ ਅਤੇ ਹੋਰ ਖਰਚਿਆਂ ਦੀ ਪਿਛਲੇ ਸਾਲ ਦੇ ਅੰਤਿਮ ਮਹੀਨੇ ਦੇ ਖਰਚੇ ਦੇ ਆਧਾਰ ਤੇ ਰਕਮ ਡਰਾ ਕਰ ਸਕਦਾ ਹੈ ਕਿਉਂਕਿ ਫੰਡਸ ਦੀ ਅਲਾਟਮੈਂਟ ਜਲਦੀ ਹੀ ਪ੍ਰਾਪਤ ਹੋ ਜਾਣੀ ਹੁੰਦੀ ਹੈ। ਇਸ ਰੂਲ ਦੇ ਹੇਠਾਂ ਨੋਟ 1 ਵਿੱਚ ਲਿਖਿਆ ਗਿਆ ਹੈ ਕਿ ਇਹ ਰਿਲੈਕਸੇਸ਼ਨ ਕਿਸੇ ਵੀ ਤਰ੍ਹਾਂ ਪੰਜਾਬ ਬਜਟ ਮੈਨੂਅਲ ਦੇ ਪੈਰਾਗ੍ਰਾਫ 10.6 ਮੁਤਾਬਿਕ ਹੈਡ ਆਫ ਡਿਪਾਰਟਮੈਂਟ ਦੀ ਹਰ ਸਾਲ 1 ਮਈ ਤੋਂ ਪਹਿਲਾਂ ਫੰਡ ਐਲੋਕੇਟ ਕਰਨ ਦੀ ਜ਼ਿੰਮੇਵਾਰੀ ਨੂੰ ਰਿਲੈਕਸ ਨਹੀਂ ਕਰਦਾ ਹੈ। ਇਸ ਦੇ ਨਾਲ ਹੀ ਨੋਟ 2 ਵਿੱਚ ਲਿਖਿਆ ਗਿਆ ਹੈ ਕਿ ਪਬਲਿਕ ਵਰਕ ਡਿਪਾਰਟਮੈਂਟ ਅਤੇ ਫੋਰੈਸਟ ਡਿਪਾਰਟਮੈਂਟ ਵਿੱਚ ਇਸ ਕੇਸ ਵਿੱਚ ਖਰਚੇ ਕਰਨ ਲਈ ਐਕਸਪੈਂਡੀਚਰਸ ਲਈ ਡਿਪਾਰਟਮੈਂਟ ਫਾਈਨੈਂਸ਼ੀਅਲ ਰੂਲਸ ਨੂੰ ਪੜਿਆ ਜਾਵੇ। ਇਸ ਚੈਪਟਰ ਦਾ 7th ਪਾਰਟ ਐਕਸਪੈਂਡੀਚਰ ਨੋਟ ਪ੍ਰੋਵਾਈਡਡ ਫॉर ਹੈ। ਇਸ ਨੂੰ ਰੂਲ 17.14 ਕਵਰ ਕਰਦਾ ਹੈ। ਰੂਲ 17.14 ਮੁਤਾਬਿਕ ਜੇਕਰ ਕਿਸੇ ਖਰਚੇ ਕਾਰਨ ਵਿਧਾਨ ਸਭਾ ਵੱਲੋਂ ਪ੍ਰਵਾਨਿਤ ਖਰਚੇ ਤੋਂ ਖਰਚਾ ਵੱਧ ਸਕਦਾ ਹੈ ਤਾਂ ਇਹ ਸੋਚ ਕੇ ਕਿ ਫੰਡਸ ਦੀ ਐਲੋਕੇਸ਼ਨ ਹੋਣ ਵਾਲੀ ਹੈ ਖਰਚਾ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਚਾਹੇ ਖਰਚਾ ਉਪਰੋਕਤ ਅਨੁਸਾਰ ਨਾ ਵੀ ਵਧਣਾ ਹੋਵੇ ਪਰ ਕਿਸੇ ਵੀ ਨਿਊ ਸਰਵਿਸ ਲਈ ਜਿਸ ਲਈ ਵਿਧਾਨ ਸਭਾ ਵਿਖੇ VOTING ਲੋੜੀਂਦੀ ਹੈ ਖਰਚਾ ਨਹੀਂ ਕੀਤਾ ਜਾ ਸਕਦਾ ਹੈ। ਅਜਿਹਾ ਖਰਚਾ ਜਿਸ ਨੂੰ ਟਾਲਿਆ ਨਹੀਂ ਜਾ ਸਕਦਾ ਆਪਾਤਕਾਲ ਦੇ ਸਮੇਂ ਵਿੱਚ ਕਰਨਾ ਬਹੁਤ ਜ਼ਰੂਰੀ ਹੈ ਲਈ ਕੰਟੀਨਜੈਂਸੀ ਫੰਡ ਆਫ ਸਟੇਟ ਬਣਾਇਆ ਗਿਆ ਹੈ। ਇਸ ਸੰਬੰਧੀ ਰੂਲ ਇਸ ਚੈਪਟਰ ਦੇ ਅਨੈਕਚਰ ਵਿੱਚ ਦਿੱਤੇ ਗਏ ਹਨ। ਕੰਟੀਨਜੈਂਸੀ ਫੰਡ ਰੂਲਸ ਮੁਤਾਬਿਕ ਇਸ ਫੰਡ ਵਿੱਚੋਂ ਐਡਵਾਂਸ ਉਪਰੋਕਤ ਦਿੱਤੇ ਖਰਚਿਆਂ ਤੋਂ ਇਲਾਵਾ ਵਰਤੋਂ ਲਈ ਨਹੀਂ ਲਿਆ ਜਾ ਸਕਦਾ ਹੈ। ਇਸ ਚੈਪਟਰ ਦਾ 8th ਪਾਰਟ ਇੰਕਰਿੰਗ ਆਫ ਐਕਸਪੈਂਡੀਚਰ ਇਨ ਐਕਸੈਸ ਆਫ ਦੀ ਪ੍ਰੋਵੀਜ਼ਨਸ ਇਨ ਦੀ ਐਸਟੀਮੇਟ ਹੈ। ਇਸ ਨੂੰ ਰੂਲ 17.15 ਕਵਰ ਕਰਦਾ ਹੈ। ਰੂਲ 17.15
16 ਮੁਤਾबिक कोई भी सरकारी कर्मचारी बजट ग्रांट तो ज्यादा खर्चा बिना रीएप्रोप्रिएशन करवाए नहीं कर सकता है। जेकर ਉਹ ਅਜਿਹਾ ਕਰਦਾ ਹੈ ਤਾਂ ਉਸ ਦੀ ਇਸ ਲਈ ਨਿੱਜੀ ਜ਼ਿੰਮੇਵਾਰੀ ਹੋਵੇਗੀ। ਇਸ ਰੂਲ ਦੇ ਹੇਠਾਂ ਨੋਟ 1 ਵਿੱਚ ਲਿਖਿਆ ਗਿਆ ਹੈ ਕਿ ਸਟੇਸ਼ਨਰੀ ਲਈ ਫੰਡ ਆਪਣੇ ਅਤੇ ਆਪਣੇ ਅਧੀਨ ਪੈਂਦੇ ਦਫ਼ਤਰਾਂ ਲਈ ਕੰਟਰੋਲਿੰਗ ਆਫੀਸਰ ਨੂੰ ਅਲਾਟ ਕੀਤਾ ਜਾਣਾ ਹੁੰਦਾ ਹੈ। ਜੇਕਰ ਇਸ ਅਲਾਟਮੈਂਟ ਤੋਂ ਜ਼ਿਆਦਾ ਖਰਚਾ ਕੀਤਾ ਜਾਂਦਾ ਹੈ ਤਾਂ ਸਿਰਫ ਉਹੀ ਅਥਾਰਟੀ ਜਿਸ ਨੂੰ ਇਸ ਸੰਬੰਧੀ ਪਾਵਰ ਡੈਲੀਗੇਟ ਕੀਤੀ ਗਈ ਹੈ ਜ਼ਿਆਦਾ ਕੀਤੇ ਖਰਚੇ ਲਈ ਰੀਐਪਰੋਪ੍ਰੀਏਸ਼ਨ ਕਰ ਸਕਦੀ ਹੈ। ਨੋਟ 2 ਵਿੱਚ ਲਿਖਿਆ ਗਿਆ ਹੈ ਕਿ ਬਜਟ ਤੋਂ ਜ਼ਿਆਦਾ ਰਕਮ ਡਰਾ ਅਨਅਵੋਇਡੇਬਲ ਸਰਕਮਸਟੈਂਸਸ ਜਾਂ ਐਮਰਜੈਂਸੀ ਵਿੱਚ ਸਿਰਫ ਕੰਟਰੋਲਿੰਗ ਆਫੀਸਰ ਵੱਲੋਂ ਹੀ ਕੀਤੀ ਜਾਵੇਗੀ ਜੋ ਕਿ ਬਜਟ ਤੋਂ 25% ਜ਼ਿਆਦਾ ਹੀ ਡਰਾ ਕਰ ਸਕਦਾ ਹੈ। ਜੇਕਰ ਰਕਮ 25% ਤੋਂ ਜ਼ਿਆਦਾ ਹੈ ਅਤੇ 50% ਤੋਂ ਘੱਟ ਹੈ ਤਾਂ ਵਿਭਾਗ ਦੇ ਐਡਮਿਨਿਸਟ੍ਰੇਟਿਵ ਸੈਕਟਰੀ ਵੱਲੋਂ ਹੀ ਡਰਾ ਕੀਤੀ ਜਾ ਸਕਦੀ ਹੈ। ਇਹਨਾਂ ਦੋਵੇਂ ਕੇਸਸ ਵਿੱਚ ਕੰਟਰੋਲਿੰਗ ਆਫੀਸਰ ਜਾਂ ਐਡਮਿਨਿਸਟ੍ਰੇਟਿਵ ਸੈਕਟਰੀਜ਼ ਵੱਲੋਂ ਹੇਠ ਅਨੁਸਾਰ ਸਰਟੀਫਿਕੇਟ ਕੰਟੀਨਜੈਂਸੀ ਬਿੱਲ ਦੇ ਨਾਲ ਲਗਾਉਣਾ ਪਵੇਗਾ। ਇਸ ਸਰਟੀਫਿਕੇਟ ਵਿੱਚ ਲਿਖਿਆ ਗਿਆ ਹੋਵੇ ਕਿ ਸਰਟੀਫਾਈਡ that expenditure is inevitable and can't be postponed for want of budget। ਸੈਕਿੰਡ ਇਸ ਵਿੱਚ ਲਿਖਿਆ ਗਿਆ ਹੋਵੇਗਾ ਕਿ certified that competent authority has been requested to provide additional fund or reappropriation। ਇਸ ਚੈਪਟਰ ਦਾ 9th ਪਾਰਟ inevitable payments and general rules for payments against sanctioned grants ਹੈ। ਇਸ ਨੂੰ ਰੂਲ 17.16 ਤੋਂ ਲੈ ਕੇ 17.19 ਕਵਰ ਕਰਦੇ ਹਾਂ। ਰੂਲ 17.16 ਮੁਤਾਬਿਕ ਜਦ ਵੀ ਐਪਰੋਪ੍ਰੀਏਸ਼ਨ ਕੀਤੀ ਜਾਂਦੀ ਹੈ ਤਾਂ ਇਹ ਕਰੰਟ ਈਅਰ ਦੇ ਨਾਲ-ਨਾਲ ਪਿਛਲੇ ਸਾਲਾਂ ਦੀਆਂ ਦੇਣਦਾਰੀਆਂ ਦੀ ਪੇਮੈਂਟ ਕਰਨ ਲਈ ਵੀ ਹੁੰਦੀ ਹੈ। ਪਿਛਲੇ ਸਾਲਾਂ ਦੀ ਦੇਣਦਾਰੀ ਨੂੰ ਇਹ ਕਹਿ ਕੇ ਮਨਾ ਨਹੀਂ ਕੀਤਾ ਜਾ ਸਕਦਾ ਕਿ ਬਜਟ ਸਿਰਫ ਇਸ ਸਾਲ ਲਈ ਹੈ। ਇਸ ਬਜਟ ਵਿੱਚੋਂ ਫਾਈਨੈਂਸ਼ੀਅਲ ਈਅਰ ਦੇ ਖਤਮ ਹੋਣ ਤੱਕ ਖਰਚਾ ਕੀਤਾ ਜਾ ਸਕਦਾ ਹੈ ਪਰ ਉਸ ਤੋਂ ਅਗਲੇ ਸਾਲ ਇਸ ਵਿੱਚੋਂ ਖਰਚਾ ਨਹੀਂ ਕੀਤਾ ਜਾ ਸਕਦਾ। ਇਸ ਰੂਲ ਦੇ ਹੇਠਾਂ ਨੋਟ ਵਿੱਚ ਦਿੱਤਾ ਗਿਆ ਹੈ ਕਿ ਫਾਈਨੈਂਸ਼ੀਅਲ ਈਅਰ 31 ਮਾਰਚ ਨੂੰ ਖਤਮ ਹੁੰਦਾ ਹੈ ਅਤੇ ਇਸ ਤੋਂ ਬਾਅਦ ਹਰ ਖਰਚਾ ਅਗਲੇ ਸਾਲ ਵਿੱਚ ਬੁੱਕ ਕੀਤਾ ਜਾਵੇਗਾ ਪਰ ਕੁਝ ਜ਼ਰੂਰੀ ਟ੍ਰਾਂਸਫਰ ਐਂਟਰੀਜ਼ ਕੁਝ ਮਹੀਨਿਆਂ ਤੱਕ ਪਿਛਲੇ ਸਾਲ ਦੇ ਖਾਤੇ ਵਿੱਚ ਵੀ ਕੀਤੀਆਂ ਜਾ ਸਕਦੀਆਂ ਹਨ। ਰੂਲ 17.17 ਵਿੱਚ ਲਿਖਿਆ ਗਿਆ ਹੈ ਕਿ ਇਹ ਇੱਕ ਇੰਪੋਰਟੈਂਟ ਫਾਈਨੈਂਸ਼ੀਅਲ ਪ੍ਰਿੰਸੀਪਲ ਹੈ ਕਿ ਜੋ ਵੀ ਵੈਲਿਡ ਅਤੇ ਜੈਨੂਇਨ ਪੇਮੈਂਟ ਹੈ ਉਸ ਨੂੰ ਸਮੇਂ ਸਿਰ ਕੀਤਾ ਜਾਵੇ ਅਤੇ ਰੋਕ ਕੇ ਨਾ ਰੱਖਿਆ ਜਾਵੇ। ਜਦ ਪੇਮੈਂਟ ਕਰ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਕਿਸੇ ਵੀ ਹਾਲਤ ਵਿੱਚ ਬਿਨਾਂ ਰਿਕਾਰਡ ਕਰਨ ਤੋਂ ਨਾ ਰਹਿਣ ਦਿੱਤਾ ਜਾਵੇ। ਇਸ ਵਿੱਚ ਕੋਈ ਵੀ ਫਾਇਦਾ ਨਹੀਂ ਹੈ ਕਿ ਬਹੁਤ ਜ਼ਰੂਰੀ ਪੇਮੈਂਟ ਨੂੰ ਗ੍ਰਾਂਟ ਜਾਂ ਐਪਰੋਪ੍ਰੀਏਸ਼ਨ ਦੀ ਅਣਹੋਂਦ ਵਿੱਚ ਵੀ ਰੋਕਿਆ ਜਾਵੇ। ਇਸ ਤਰ੍ਹਾਂ ਦੀ ਪੇਮੈਂਟ ਨੂੰ ਜਿੰਨੀ ਜਲਦੀ ਹੋ ਸਕੇ ਲੱਭ ਕੇ ਪੇਮੈਂਟ ਕਰਕੇ ਰਿਕਾਰਡ ਵਿੱਚ ਲਿਆਉਣਾ ਚਾਹੀਦਾ ਹੈ। ਇਸ ਰੂਲ ਦੇ ਹੇਠਾਂ ਨੋਟ ਵਿੱਚ ਬਜਟ ਵਿੱਚ ਦੇਣਦਾਰੀਆਂ ਦਾ ਸਹੀ ਅਨੁਮਾਨ ਲਗਾਉਣ ਬਾਰੇ ਲਿਖਿਆ ਹੈ ਤਾਂ ਕਿ ਇੱਕ ਵਧੀਆ ਬਜਟ ਬਣ ਸਕੇ। ਰੂਲ 17.18 ਵਿੱਚ ਰੂਲ 2.10B3 ਨੂੰ ਹੀ ਰਿਪੀਟ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਕੋਈ ਵੀ ਖਰਚਾ ਇਹ ਸੋਚ ਕੇ ਨਹੀਂ ਕੀਤਾ ਜਾ ਸਕਦਾ ਹੈ ਕਿ ਇਸ ਦੀ ਪੇਮੈਂਟ ਅਗਲੇ ਸਾਲ ਦੀ ਗ੍ਰਾਂਟ ਵਿੱਚੋਂ ਕਰ ਦਿੱਤੀ ਜਾਵੇਗੀ। ਇਸ ਦਾ ਮਤਲਬ ਇਹ ਹੈ ਕਿ ਇਸ ਸਾਲ ਵਿੱਚ ਕੋਈ ਵੀ ਖਰਚਾ ਨਹੀਂ ਕਰਨਾ ਹੈ ਤਾਂ ਕਿ ਇਸ ਦੀ ਪੇਮੈਂਟ ਅਸੀਂ ਨੈਕਸਟ ਸਾਲ ਦੇ ਬਜਟ ਵਿੱਚੋਂ ਕਰ ਲਈਏ। ਰੂਲ 17.19 ਵਿੱਚ ਵੀ ਰੂਲ 2.105 ਨੂੰ ਹੀ ਰਿਪੀਟ ਕੀਤਾ ਗਿਆ ਹੈ ਕਿ ਗ੍ਰਾਂਟ ਨੂੰ ਲੈਪਸ ਹੋਣ ਤੋਂ ਬਚਾਉਣ ਲਈ ਫੰਡ ਡਰਾ ਕਰਕੇ ਆਪਣੇ ਕੋਲ ਨਹੀਂ ਰੱਖੇ ਜਾ ਸਕਦੇ ਹਨ। ਇਸ ਚੈਪਟਰ ਦਾ 10th ਪਾਰਟ ਪ੍ਰੋਵੀਜ਼ਨਸ ਫॉर ਐਕਸਪੈਂਡੀਚਰ ਇਨ ਰਿਸਪੈਕਟ ਆਫ ਅ ਵਰਕ ਅੰਡਰਟੇਕਨ ਬਾਈ ਵਨ ਡਿਪਾਰਟਮੈਂਟ ਔਨ ਬਿਹਾਫ ਆਫ ਅਨਦਰ। ਇਸ ਪਾਰਟ ਨੂੰ ਰੂਲ 17.20 ਕਵਰ ਕਰਦਾ ਹੈ। ਰੂਲ 17.20 ਮੁਤਾਬਿਕ ਜਦ ਇੱਕ ਵਿਭਾਗ ਦੂਸਰੇ ਵਿਭਾਗ ਲਈ ਕੋਈ ਕੰਮ ਕਰਦਾ ਹੈ ਤਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੱਸੀਆਂ ਗਈਆਂ ਹਨ ਜਿਵੇਂ ਕਿ ਜਿਸ ਵਿਭਾਗ ਲਈ ਕੰਮ ਕੀਤਾ ਜਾਣਾ ਹੈ ਉਸ ਦੀਆਂ ਜ਼ਿੰਮੇਵਾਰੀਆਂ ਹਨ ਕਿ ਜਿਸ ਵਿਭਾਗ ਨੇ ਕੰਮ ਕਰਨਾ ਹੈ ਉਸ ਨੂੰ ਗ੍ਰਾਂਟ ਦੀ ਸੈਂਕਸ਼ਨ ਸੰਬੰਧੀ ਸੂਚਿਤ ਕੀਤਾ ਜਾਵੇ ਤਾਂ ਜੋ ਉਸ ਗ੍ਰਾਂਟ ਦੀ ਲਿਮਿਟ ਵਿੱਚ ਕੰਮ ਕੀਤਾ ਜਾ ਸਕੇ। ਇਸ ਦੇ ਨਾਲ ਹੀ ਜਿਸ ਵਿਭਾਗ ਨੇ ਕੰਮ ਕਰਨਾ ਹੈ ਉਸ ਦੀ ਜ਼ਿੰਮੇਵਾਰੀ ਹੈ ਕਿ ਗ੍ਰਾਂਟ ਤੋਂ ਵੱਧ ਖਰਚਾ ਨਹੀਂ ਹੋਣਾ ਚਾਹੀਦਾ। ਜੇਕਰ ਗ੍ਰਾਂਟ ਵਿੱਚ ਕੁਝ ਬਚਦਾ ਹੈ ਤਾਂ ਉਸ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ। ਜਦ ਤੱਕ ਗ੍ਰਾਂਟ ਵਿੱਚ ਹੋਰ ਵਾਧਾ ਨਹੀਂ ਕਰਵਾ ਲਿਆ ਜਾਂਦਾ ਹੈ ਪਹਿਲਾਂ ਦਿੱਤੀ ਗ੍ਰਾਂਟ ਦੀ ਲਿਮਿਟ ਤੋਂ ਖਰਚਾ ਵਧਣਾ ਨਹੀਂ ਚਾਹੀਦਾ ਹੈ। ਇਸ ਚੈਪਟਰ ਦੇ ਲਾਸਟ ਵਿੱਚ ਅਨੈਕਚਰ ਵਿੱਚ ਪੰਜਾਬ ਕੰਟੀਨਜੈਂਸੀ ਐਕਟ 1950 ਅਧੀਨ ਜਾਰੀ ਕੀਤੇ ਗਏ ਕੰਟੀਨਜੈਂਸੀ ਫੰਡ ਰੂਲਸ 1951 ਦਿੱਤੇ ਗਏ ਹਨ। ਇਹਨਾਂ ਦੇ ਰੂਲ 2 ਵਿੱਚ ਲਿਖਿਆ ਗਿਆ ਹੈ ਕਿ ਇਹ ਰੂਲ ਸੈਕਟਰੀ ਟੂ ਗਵਰਨਮੈਂਟ ਪੰਜਾਬ ਡਿਪਾਰਟਮੈਂਟ ਆਫ ਫਾਈਨਾਂਸ ਵੱਲੋਂ ਗਵਰਨਰ ਆਫ ਪੰਜਾਬ ਦੇ ਨਾਮ ਤੇ ਐਡਮਿਨਿਸਟਰ ਕੀਤੇ ਜਾਂਦੇ ਹਨ। ਰੂਲ 3 ਮੁਤਾਬਿਕ ਇਸ ਫੰਡ ਵਿੱਚੋਂ ਐਡਵਾਂਸ ਸਿਰਫ ਅਨਫੋਰਸੀਨ ਐਕਸਪੈਂਡੀਚਰ ਲਈ ਹੀ ਦਿੱਤਾ ਜਾ ਸਕਦਾ ਹੈ। ਰੂਲ 3 ਦੇ ਹੇਠਾਂ ਨੋਟ ਵਿੱਚ ਲਿਖਿਆ ਗਿਆ ਹੈ ਕਿ ਇਸ ਫੰਡ ਵਿੱਚੋਂ ਕਦੋਂ ਅਨਫੋਰਸੀਨ ਐਕਸਪੈਂਡੀਚਰ ਲਈ ਐਡਵਾਂਸ ਲਿਆ ਜਾ ਸਕਦਾ ਹੈ ਜਿਵੇਂ ਕਿ ਬਜਟ ਘੱਟ ਹੋਵੇ, ਕਿਸੇ ਹੋਰ ਗ੍ਰਾਂਟ ਦੀ ਬਚਤ ਵਿੱਚੋਂ ਵੀ ਰੀਐਪਰੋਪ੍ਰੀਏਸ਼ਨ ਨਾ ਹੋ ਸਕਦੀ ਹੋਵੇ
ਜੇ ਕੋਈ ਨਵਾਂ ਖਰਚਾ ਜਿਸ ਦਾ ਬਜਟ ਵਿੱਚ ਉਪਬੰਧ ਹੀ ਨਾ ਕੀਤਾ ਗਿਆ ਹੋਵੇ, ਕਿਸੇ ਕਾਰਨ ਫੰਡ ਦਾ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ ਹੋਵੇ ਜਾਂ ਫੰਡ ਲਈ ਵਿਧਾਨ ਸਭਾ ਵਿੱਚ VOTING ਹੋਣਾ ਜ਼ਰੂਰੀ ਹੋਵੇ ਤਾਂ ਪੰਜਾਬ ਕੰਟੀਨਜੈਂਸੀ ਫੰਡ ਵਿੱਚੋਂ ਐਡਵਾਂਸ ਲਿਆ ਜਾ ਸਕਦਾ ਹੈ ਅਤੇ ਬਾਅਦ ਵਿੱਚ ਇਸ ਫੰਡ ਦੀ ਰੀਕੂਪਮੈਂਟ ਵੀ ਕਰਵਾਉਣੀ ਹੁੰਦੀ ਹੈ। ਇਹਨਾਂ ਰੂਲਸ ਦੇ ਰੂਲ 4 ਵਿੱਚ ਪ੍ਰੋਸੀਜਰ ਦੱਸਿਆ ਗਿਆ ਹੈ ਕਿ ਕਿਵੇਂ ਐਡਵਾਂਸ ਲਿਆ ਜਾ ਸਕਦਾ ਹੈ। ਜਿਵੇਂ ਕਿ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਜਿਸਨੇ ਐਡਵਾਂਸ ਲੈਣਾ ਹੈ ਉਹ ਆਪਣੇ ਮਿਨਿਸਟਰ ਦੀ ਅਪਰੂਵਲ ਤੋਂ ਬਾਅਦ ਐਡਵਾਂਸ ਲਈ ਐਪਲੀਕੇਸ਼ਨ ਡਿਪਾਰਟਮੈਂਟ ਆਫ ਫਾਈਨਾਂਸ ਨੂੰ ਭੇਜੇਗਾ। ਐਪਲੀਕੇਸ਼ਨ ਵਿੱਚ ਹੇਠ ਅਨੁਸਾਰ ਡਿਟੇਲ ਵੀ ਦੇਣੀ ਹੁੰਦੀ ਹੈ, ਜਿਵੇਂ ਕਿ ਖਰਚੇ ਦਾ ਵੇਰਵਾ, ਕਿਉਂ ਇਸ ਖਰਚੇ ਦਾ ਉਪਬੰਧ ਬਜਟ ਵਿੱਚ ਨਹੀਂ ਕਰਵਾਇਆ ਗਿਆ, ਕਿਉਂ ਇਸ ਖਰਚੇ ਨੂੰ ਬਜਟ ਆਉਣ ਤੱਕ ਟਾਲਿਆ ਨਹੀਂ ਜਾ ਸਕਦਾ, ਇਸ ਲਈ ਕਿੰਨਾ ਫੰਡ ਲੋੜੀਂਦਾ ਹੈ, ਕਿਸ ਗ੍ਰਾਂਟ ਜਾਂ ਐਪਰੋਪ੍ਰੀਏਸ਼ਨ ਵਿੱਚੋਂ ਇਸ ਨੂੰ ਡੈਬਿਟ ਕੀਤਾ ਜਾਣਾ ਹੈ। ਰੂਲ 4A ਮੁਤਾਬਿਕ ਜੇਕਰ ਐਡਵਾਂਸ ਪ੍ਰਾਪਤ ਹੋ ਜਾਣ ਤੋਂ ਬਾਅਦ ਰੂਲ 6 ਮੁਤਾਬਿਕ ਵਿਧਾਨ ਸਭਾ ਵਿੱਚ ਇਸ ਖਰਚੇ ਨੂੰ ਪੇਸ਼ ਕਰਨ ਤੋਂ ਪਹਿਲਾਂ ਇਹ ਲੱਗਦਾ ਹੈ ਕਿ ਇਹ ਸਾਰਾ ਐਡਵਾਂਸ ਜਾਂ ਇਸ ਦਾ ਕੁਝ ਹਿੱਸਾ ਵਰਤੋਂ ਵਿੱਚ ਨਹੀਂ ਆਵੇਗਾ ਤਾਂ ਇਸ ਐਡਵਾਂਸ ਨੂੰ ਕੈਨਸਲ ਜਾਂ ਮੋਡੀਫਾਈ ਕਰਨ ਲਈ ਐਪਲੀਕੇਸ਼ਨ ਦੇਣੀ ਹੁੰਦੀ ਹੈ। ਰੂਲ 5 ਮੁਤਾਬਿਕ ਇਸ ਵਿੱਚ ਲਿਖਿਆ ਗਿਆ ਹੈ ਕਿ ਇਹ ਖਰਚਾ ਮੇਜਰ ਹੈਡ 8000 ਕੰਟੀਨਜੈਂਸੀ ਫੰਡ ਵਿੱਚ ਹੀ ਬੁੱਕ ਕਰਨਾ ਹੁੰਦਾ ਹੈ ਅਤੇ ਮਾਈਨਰ ਹੈਡ ਉਹੀ ਲਿਆ ਜਾਵੇਗਾ ਜਿਵੇਂ ਉਹ ਖਰਚਾ ਕੰਸੋਲੀਡੇਟਡ ਫੰਡ ਵਿੱਚੋਂ ਕੀਤਾ ਗਿਆ ਹੁੰਦਾ ਤਾਂ ਲਿਆ ਜਾਣਾ ਸੀ। ਰੂਲ 6 ਦੇ ਕਲੌਜ਼ 1 ਵਿੱਚ ਲਿਖਿਆ ਗਿਆ ਹੈ ਕਿ ਰੂਲ 6 ਕਲੌਜ਼ 2 ਵਿੱਚ ਦਿੱਤੇ ਅਨੁਸਾਰ ਕਾਰਵਾਈ ਨਹੀਂ ਹੋਈ ਹੈ ਤਾਂ ਕੰਟੀਨਜੈਂਸੀ ਫੰਡ ਵਿੱਚੋਂ ਲਏ ਗਏ ਐਡਵਾਂਸ ਦੇ ਸਪਲੀਮੈਂਟਰੀ ਐਸਟੀਮੇਟ ਨੂੰ ਐਡਵਾਂਸ ਲੈਣ ਤੋਂ ਬਾਅਦ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਇਸ ਨੂੰ ਪੇਸ਼ ਕਰਨਾ ਜ਼ਰੂਰੀ ਹੁੰਦਾ ਹੈ। ਇਸ ਦੇ ਹੇਠਾਂ ਪ੍ਰੋਵੀਜ਼ੋ ਵਿੱਚ ਦਿੱਤਾ ਗਿਆ ਹੈ ਕਿ ਕਿਸੇ ਵਿਸ਼ੇਸ਼ ਕਾਰਨ ਕਰਕੇ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਪਹਿਲੇ ਸੈਸ਼ਨ ਵਿੱਚ ਇਸ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਬਾਅਦ ਵਿੱਚ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਪ੍ਰੋਵੀਜ਼ੋ ਦੇ ਹੇਠਾਂ ਕੁਝ ਨੋਟ ਦਿੱਤੇ ਗਏ ਹਨ ਜਿਸ ਵਿੱਚ ਵਿਧਾਨ ਸਭਾ ਵਿਖੇ ਪੇਸ਼ ਕਰਨ ਸਮੇਂ ਕੁਝ ਨੋਟ ਦੇਣ ਅਤੇ ਸਟੇਟਮੈਂਟਸ ਨਾਲ ਨੱਥੀਕਰਨ ਨਾਲ ਸੰਬੰਧਿਤ ਹਨ। ਇਸ ਦੇ ਰੂਲ 6 ਕਲੌਜ਼ 2 ਵਿੱਚ ਲਿਖਿਆ ਗਿਆ ਹੈ ਕਿ ਜੇਕਰ ਲਏ ਗਏ ਐਡਵਾਂਸ ਨੂੰ ਵਿਧਾਨ ਸਭਾ ਵੱਲੋਂ ਸਪਲੀਮੈਂਟਰੀ ਅਪਰੋਪ੍ਰੀਏਸ਼ਨ ਐਕਟ ਰਾਹੀਂ ਅਪਰੂਵਲ ਦੇ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਐਪਰੋਪ੍ਰੀਏਸ਼ਨ ਐਕਟ ਰਾਹੀਂ ਲਿਆ ਗਿਆ ਫੰਡ ਹੀ ਮੰਨਿਆ ਜਾਵੇਗਾ ਅਤੇ ਕੰਟੀਨਜੈਂਸੀ ਫੰਡ ਵਿੱਚੋਂ ਲਿਆ ਗਿਆ ਐਡਵਾਂਸ ਨਹੀਂ ਮੰਨਿਆ ਜਾਵੇਗਾ। ਰੂਲ 7 ਮੁਤਾਬਿਕ ਇਸ ਐਡਵਾਂਸ ਦੀ ਸੈਂਕਸ਼ਨ ਦੀ ਕਾਪੀ AG ਪੰਜਾਬ ਨੂੰ ਵੀ ਭੇਜਣੀ ਹੁੰਦੀ ਹੈ। ਰੂਲ 8 ਮੁਤਾਬਿਕ ਜਦ ਐਡਵਾਂਸ ਨੂੰ ਰੀਐਪਰੋਪ੍ਰੀਏਸ਼ਨ ਐਕਟ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਤਾਂ ਇਸ ਆਰਡਰ ਦੀ ਕਾਪੀ ਜਿਸ ਤੇ ਅਸਲ ਲਏ ਗਏ ਐਡਵਾਂਸ ਦੇ ਆਰਡਰ ਦਾ ਨੰਬਰ ਅਤੇ ਮਿਤੀ ਦੱਸੀ ਗਈ ਹੋਵੇ AG ਪੰਜਾਬ ਨੂੰ ਭੇਜਣੀ ਹੁੰਦੀ ਹੈ। ਰੂਲ 9 ਵਿੱਚ ਪ੍ਰੋਫਾਰਮਾ ਦਿੱਤਾ ਗਿਆ ਹੈ ਜਿਸ ਵਿੱਚ ਲਏ ਗਏ ਐਡਵਾਂਸ ਦਾ ਖਾਤਾ ਤਿਆਰ ਕਰਨਾ ਹੁੰਦਾ ਹੈ। ਦੋਸਤੋ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਅਗਰ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਕਰਨਾ ਤੇ ਦੋਸਤਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ ਸੋ ਮਚ।